ਆਓ ਸੁਣੀਏ ਬਲਦੇਵ ਸਿੰਘ ਗਰੇਵਾਲ ਹੁਣਾਂ ਦੀ ਲਿਖੀ ਹੋਈ ਕਹਾਣੀ ਸੂਰਜ ਨਾ ਛੁਪੇ ਕਦਾਈਂ। ਹਰਮਿੰਦਰ ਤਰਬਕ ਕੇ ਉੱਠੀ। ਮੱਥੇ ਤੇ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ। ਉਸਨੇ ਬਹੁਤ ਹੀ ਡਰਾਵਨਾ ਸੁਪਨਾ ਦੇਖਿਆ ਸੀ। ਉਸਨੇ ਸਿਰਹਾਣੇ ਹੇਠੋਂ ਮਾਲਾ ਚੁੱਕੀ ਤੇ ਪਾਠ ਕਰਨ ਲੱਗ ਪਈ। ਉਹ ਕਿੰਨੀ ਦੇਰ ਪਾਠ ਕਰਦੀ ਰਹੀ, ਸਭ ਦੀ ਸੁੱਖ ਮੰਗਦੀ ਰਹੀ, ਪਰ ਮਨ ਨੂੰ ਚੈਨ ਨਾ ਆਇਆ। ਮਨ 'ਚੋਂ ਡਰ ਜਾ ਨਹੀਂ ਸੀ ਜਾ ਰਿਹਾ। ਅਜਿਹਾ ਤਾਂ ਉਸਨੇ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਕੀਤਾ। ਕਦੀ ਆਪਣੇ ਆਪ ਨੂੰ ਇਤਨਾ ਕਮਜ਼ੋਰ ਨਹੀਂ ਸੀ ਸਮਝਿਆ। ਉਸਨੂੰ ਲੱਗ ਰਿਹਾ ਸੀ ਜਿਵੇਂ ਕੋਈ ਤਾਕਤ ਉਸਨੂੰ ਉਸ ਤੋਂ ਦੂਰ ਕਿਸੇ ਪਾਸੇ ਨੂੰ ਖਿੱਚ ਰਹੀ ਹੈ। ਉਸਨੇ ਕੰਧ ਤੇ ਲੱਗੀ ਘੜੀ ਵੱਲ ਦੇਖਿਆ। ਅਜੇ ਸਵੇਰ ਦੇ 4 ਹੀ ਵੱਜੇ ਸਨ। ਉਹ ਬਿਸਤਰੇ ਤੋਂ ਉੱਠੀ ਤੇ ਵਾਹਿਗੁਰੂ ਵਾਹਿਗੁਰੂ ਜਪਦੀ ਕਮਰੇ 'ਚੋਂ ਬਾਹਰ ਨਿਕਲ ਗਈ। ਉਸਨੇ ਆਪਣੀ ਜਵਾਨ ਬੇਟੀ ਮਿੰਨੀ ਦੇ ਕਮਰੇ ਦਾ ਦਰਵਾਜ਼ਾ ਜਾ ਖਟਖਟਾਇਆ। ਮਿੰਨੀ ਨੇ ਅੱਖਾਂ ਮਲਦੀ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਮੌਮ ਖੜੀ ਸੀ। ਮਿੰਨੀ ਉਸਦੀ ਹਾਲਤ ਦੇਖ ਕੇ ਘਬਰਾ ਜਿਹਾ ਗਈ। ਉਸਦੇ ਚਿਹਰੇ ਤੇ ਖੌਫ ਅਤੇ ਪਰੇਸ਼ਾਨੀ ਦੇ ਹਾਵ ਭਾਵ ਦੇਖ ਕੇ ਥੋੜਾ ਡਰ ਵੀ ਗਈ। ਉਸਨੂੰ ਲੱਗਾ ਮੌਮ ਦੀ ਤਬੀਅਤ ਜ਼ਿਆਦਾ ਖਰਾਬ ਹੈ ਸ਼ਾਇਦ। ਤੁਹਾਡੀ ਸਿਹਤ ਠੀਕ ਹੈ ਮੌਮ? ਮਿੰਨੀ ਬੇਟੇ ਫੌਰਨ ਤਿਆਰ ਹੋ ਜਾ, ਆਪਾਂ ਹੁਣੇ ਚੱਲਣਾ ਹੈ। ਮਿੰਨੀ ਛੇਤੀ ਤਿਆਰ ਹੋਣ ਦਾ ਭਰੋਸਾ ਦੇ ਕੇ ਅੰਦਰ ਚਲੀ ਗਈ। ਉਸਨੇ ਸੋਚਿਆ ਸ਼ਾਇਦ ਹਸਪਤਾਲ ਜਾਣਾ ਹੈ। ਮਿੰਨੀ ਨੇ ਜਦ ਤੋਂ ਹੋਸ਼ ਸੰਭਾਲੀ ਸੀ ਮਾਂ ਨੂੰ ਇਕੱਲਿਆਂ ਹੀ ਦੇਖਿਆ ਸੀ। ਇਸ ਲਈ ਉਹ ਆਪਣੀ ਮਾਂ ਨਾਲ ਇਸ ਕਦਰ ਜੁੜ ਗਈ ਸੀ ਕਿ ਉਸਨੇ ਕਦੇ ਵੀ ਮਾਂ ਦੀ ਅਵਗਿਆ ਨਹੀਂ ਸੀ ਕੀਤੀ। ਦੋਵੇਂ ਮਾਵਾਂ ਧੀਆਂ ਇੱਕ ਦੂਜੇ ਦੀ ਦੁਨੀਆ ਸਨ। ਦੋਹਾਂ ਨੇ ਹੀ ਕਦੀ ਇੱਕ ਦੂਜੇ ਦੀ ਗੱਲ ਨਹੀਂ ਸੀ ਮੋੜੀ। ਇੱਕ ਆਖਦੀ ਸੀ, ਦੂਜੀ ਮੰਨ ਲੈਂਦੀ ਸੀ। ਇਸ ਲਈ ਅੱਜ ਵੀ ਮਿੰਨੀ ਨੇ ਚੁੱਪ-ਚਾਪ ਮੌਮ ਦਾ ਹੁਕਮ ਮੰਨ ਲਿਆ ਸੀ। ਅੱਧੇ ਕੁ ਘੰਟੇ ਬਾਅਦ ਹਰਮਿੰਦਰ ਆਪਣੀ ਬੇਟੀ ਨੂੰ ਨਾਲ ਲਈ ਕਾਰ ਵਿੱਚ ਚੱਲ ਪਈ। ਮਿੰਨੀ ਨੇ 1-2 ਵਾਰ ਕਿਹਾ, ਮੌਮ ਕਾਰ ਮੈਨੂੰ ਡਰਾਈਵ ਕਰ ਲੈਣ ਦਿਓ, ਪਰ ਹਰਮਿੰਦਰ ਪਾਠ ਕਰਦੀ ਰਹੀ ਤੇ ਕਾਰ ਡਰਾਈਵ ਕਰਦੀ ਰਹੀ। ਮਿੰਨੀ ਚੁੱਪ-ਚਾਪ ਕਾਰ ਵਿੱਚ ਬੈਠੀ ਆਲਾ ਦੁਆਲਾ ਦੇਖਦੀ ਰਹੀ। ਕਦੇ ਮਾਂ ਦੇ ਚਿਹਰੇ ਵੱਲ ਦੇਖਦੀ ਤੇ ਡਰ ਜਿਹਾ ਜਾਂਦੀ। ਜਦ ਹਰਮਿੰਦਰ ਕਾਰ ਸ਼ਹਿਰ ਦੇ ਅੰਦਰ ਲਿਜਾਣ ਦੀ ਥਾਂ ਬਾਈਪਾਸ ਵੱਲ ਲੈ ਗਈ ਤਦ ਮਿੰਨੀ ਨੇ ਪੁੱਛਣਾ ਚਾਹਿਆ ਕਿ ਆਪਾਂ ਕਿੱਧਰ ਜਾ ਰਹੇ ਹਾਂ, ਪਰ ਆਦਤਨ ਚੁੱਪ ਰਹੀ। ਹਰਮਿੰਦਰ ਕਾਰ ਡਰਾਈਵ ਕਰਦੀ ਰਹੀ ਤੇ ਪਾਠ ਕਰਦੀ ਰਹੀ। ਲੁਧਿਆਣੇ ਪੁੱਜਦਿਆਂ ਸੂਰਜ ਪੂਰਬ ਵਿੱਚ ਚੜ੍ਹ ਆਇਆ ਸੀ ਤੇ ਚੁਫੇਰੇ ਆਪਣਾ ਜਲੌ ਵਿਖੇਰਨ ਲੱਗ ਪਿਆ ਸੀ। ਧਰਤ ਦਾ ਕਣ-ਕਣ ਰੁਸ਼ਨਾਇਆ ਜਾਣ ਲੱਗ ਪਿਆ ਸੀ। ਹਰਮਿੰਦਰ ਨੇ ਪੂਰਬ ਵੱਲ ਦੇਖਿਆ। ਕਿਰਨਾਂ ਨੇ ਉਸਦਾ ਚਿਹਰਾ ਰੁਸ਼ਨਾ ਦਿੱਤਾ। ਉਸਦਾ ਜੀ ਕੀਤਾ ਉਹ ਪੂਰਬ ਵੱਲ ਲਗਾਤਾਰ ਦੇਖਦੀ ਰਹੇ। ਉਸਨੇ ਸ਼ਹਿਰ ਦੇ ਬਾਈਪਾਸ ਤੇ ਕਾਰ ਇੱਕ ਪਾਸੇ ਕਰਕੇ ਰੋਕ ਲਈ। ਮਿੰਨੀ ਨੂੰ ਕਾਰ ਚਲਾਉਣ ਲਈ ਕਿਹਾ। ਸਟੀਅਰਿੰਗ ਵੀਲ ਤੇ ਬੈਠਦਿਆਂ ਮਿੰਨੀ ਨੇ ਪੁੱਛਿਆ, ਮੌਮ ਜਾਣਾ ਕਿੱਥੇ ਹੈ? ਕੋਟਲੇ, ਹਰਮਿੰਦਰ ਨੇ ਸੰਖੇਪ ਜਿਹਾ ਉੱਤਰ ਦਿੱਤਾ। ਕੋਟਲੇ? ਉੱਥੇ ਕੀ ਕੰਮ? ਮਿੰਨੀ ਨੇ ਪੁੱਛਿਆ। ਹਰਮਿੰਦਰ ਨੇ ਸਿਰਫ ਇੰਨਾ ਹੀ ਕਿਹਾ, ਮੈਂ ਡਾਇਰੈਕਸ਼ਨ ਦੱਸੀ ਜਾਵਾਂਗੀ, ਤੂੰ ਅਜੇ ਸਿੱਧਾ ਚੱਲਦੀ ਰਹਿ। ਇਹ ਆਖ ਕੇ ਉਹ ਫਿਰ ਪੂਰਬ ਵੱਲ ਦੇਖਣ ਲੱਗ ਪਈ ਤੇ ਦੇਖਦੀ ਰਹੀ। ਫਿਰ ਉਸਨੇ ਸੂਰਜ ਦੀਆਂ ਕਿਰਨਾਂ ਵੱਲੋਂ ਚਮਕਾਏ ਸ਼ਹਿਰ ਵੱਲ ਨਿਗਾਹ ਘੁਮਾਈ। ਉਸਨੂੰ ਯਾਦ ਆਇਆ ਐਸੇ ਸ਼ਹਿਰ ਵਿੱਚ ਨਵਤੇਜ ਦੇ ਪਿਆਰ ਦਾ ਸੂਰਜ ਉਸਦੀ ਜ਼ਿੰਦਗੀ ਦੇ ਅਸਮਾਨ ਤੇ ਚੜ੍ਹ ਆਇਆ ਸੀ। ਕਾਲਜ ਪੜ੍ਹਦਿਆਂ ਨਵਤੇਜ ਦੇ ਪਿਆਰ ਵਿੱਚ ਉਸਦੀ ਹਰ ਰੀਝ ਸੁਹਾਗ ਗਾਉਣ ਲੱਗ ਪਈ ਸੀ। ਨਵਤੇਜ ਉਸਦਾ ਹੋ ਗਿਆ ਸੀ ਤੇ ਉਹ ਨਵਤੇਜ ਦੀ। ਤੇ ਫਿਰ ਉਸਨੂੰ ਉਹ ਦਿਨ ਯਾਦ ਆ ਗਿਆ ਜਦ ਨਵਤੇਜ ਨੇ ਹੀ ਉਸਦੀ ਦੁਨੀਆ ਹਨੇਰੀ ਕਰ ਦਿੱਤੀ ਸੀ। ਨਵਤੇਜ ਨੇ ਜਦ ਆਪਣੀ ਮਾਂ ਜੀ ਦਾ ਕਹਿਣਾ ਮੰਨ ਲਿਆ ਸੀ ਤੇ ਹਰਮਿੰਦਰ ਦੇ ਸਿਰ ਬਿਜਲੀ ਗਿਰਾ ਦਿੱਤੀ ਸੀ। ਉਸਨੇ ਕਿਹਾ ਸੀ ਉਹ ਦੂਸਰਾ ਵਿਆਹ ਕਰਵਾਉਣ ਲਈ ਮਜਬੂਰ ਹੈ। ਹਰਮਿੰਦਰ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ ਸੀ। ਉਹ ਅੰਦਰੋਂ ਅੰਦਰੀ ਵਿਲਖ ਉੱਠੀ ਸੀ। ਹਰਮਿੰਦਰ ਮੈਨੂੰ ਸਮਝਣ ਦੀ ਕੋਸ਼ਿਸ਼ ਕਰ, ਨਵਤੇਜ ਨੇ ਤਰਲਾ ਕੀਤਾ ਸੀ। ਸਮਝਣ ਦੀ ਲੋੜ ਤੁਹਾਨੂੰ ਹੈ। ਤੁਸੀਂ ਮੈਨੂੰ ਉਸ ਕਸੂਰ ਦੀ ਸਜ਼ਾ ਦੇ ਰਹੇ ਹੋ ਜੋ ਮੈਂ ਕੀਤਾ ਹੀ ਨਹੀਂ। ਕਸੂਰ ਤੂੰ ਨਹੀਂ ਕੀਤਾ, ਕੁਦਰਤ ਨੇ ਲੋੜਾ ਕਮਾਇਆ ਸਾਡੇ ਦੋਹਾਂ ਨਾਲ।
ਨਵਤੇਜ ਨੇ ਉਸਦੇ ਹੋਰ ਕਰੀਬ ਹੁੰਦਿਆਂ ਕਿਹਾ, ਫਿਰ ਸਜ਼ਾ ਮੈਨੂੰ ਹੀ ਕਿਉਂ? ਸਜ਼ਾ ਮੈਨੂੰ ਕੋਈ ਘੱਟ ਨਹੀਂ ਭੁਗਤਣੀ ਪੈਣੀ ਹਰਮਿੰਦਰ। ਆਪਣੇ ਪਿਆਰ ਦੇ ਸਾਹਮਣੇ ਕਿਸੇ ਹੋਰ ਦਾ ਵੀ ਹੋ ਕੇ ਜਿਉਣਾ ਸਜ਼ਾ ਨਹੀਂ ਤਾਂ ਹੋਰ ਕੀ ਹੈ? ਪਰ ਮੈਂ ਹਾਲਾਤ ਅੱਗੇ ਮਜਬੂਰ ਹਾਂ। ਨਵਤੇਜ ਦਾ ਵੀ ਗਲਾ ਭਰ ਆਇਆ ਸੀ। ਮਜਬੂਰ ਮੈਂ ਵੀ ਹਾਂ ਨਵਤੇਜ। ਮੈਂ ਕਿਸੇ ਵੀ ਹਾਲਤ ਵਿੱਚ ਆਪਣੇ ਪਿਆਰ ਨੂੰ ਕਿਸੇ ਹੋਰ ਨਾਲ ਨਹੀਂ ਵੰਡ ਸਕਦੀ। ਹਰਮਿੰਦਰ ਨੇ ਆਪਣੇ ਦਿਲ ਦਾ ਸੰਸਾ ਦੱਸਿਆ ਸੀ। ਹਰਮਿੰਦਰ, ਤੂੰ ਇਹ ਹੱਠ ਛੱਡ ਦੇ। ਤੂੰ ਮੇਰਾ ਪਿਆਰ ਏ ਤੇ ਹਮੇਸ਼ਾ ਰਹਿਣਾ। ਤੇਰੇ ਤੋਂ ਬਗੈਰ ਇਹ ਜ਼ਿੰਦਗੀ ਨਿਰੀ ਮੌਤ ਬਣ ਜਾਣੀ ਹੈ। ਮੈਂ ਮਾਂ ਦਾ ਕਹਿਣਾ ਮੰਨਣ ਲਈ ਮਜਬੂਰ ਹਾਂ। ਮਾਂ ਨੂੰ ਜਾਇਦਾਦ ਦਾ ਵਾਰਿਸ ਚਾਹੀਦਾ ਹੈ। ਨਵਤੇਜ ਨੇ ਤਰਲਾ ਕੀਤਾ ਸੀ। ਨਵਤੇਜ, ਇਹ ਮਜਬੂਰੀ ਨਹੀਂ, ਬੇਵਫਾਈ ਹੈ। ਹਰਮਿੰਦਰ ਦੀ ਖੁਦਦਾਰੀ ਨੇ ਨਵਤੇਜ ਨੂੰ ਜਵਾਬ ਦਿੱਤਾ ਸੀ, ਮੈਂ ਬੇਵਫਾਈ ਨਹੀਂ ਕਰ ਰਿਹਾ। ਮੇਰੇ ਹੁੰਦਿਆਂ ਤੁਹਾਡੇ ਦੂਜਾ ਵਿਆਹ ਕਰਵਾਉਣ ਨੂੰ ਹੋਰ ਕੀ ਕਹਾਂ? ਨਵਤੇਜ, ਮੈਂ ਤਾਂ ਬਚਪਨ ਵਿੱਚ ਵੀ ਕਿਸੇ ਨੂੰ ਆਪਣੇ ਖਿਡੌਣੇ ਨਾਲ ਖੇਡਣ ਨਹੀਂ ਸੀ ਦਿੱਤਾ। ਆਪਣੇ ਪਤੀ ਨੂੰ ਕਿਸੇ ਹੋਰ ਨਾਲ ਕਿਵੇਂ? ਹਰਮਿੰਦਰ ਤੋਂ ਗੱਲ ਪੂਰੀ ਨਾ ਹੋ ਸਕੀ। ਉਸਦੀਆਂ ਅੱਖਾਂ 'ਚੋਂ ਅੱਥਰੂ ਵਹਿ ਤੁਰੇ। ਨਵਤੇਜ ਨੇ ਉਸ ਨੂੰ ਮਨਾਉਣ ਵਰਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਨਵਤੇਜ ਅਤੇ ਹਰਮਿੰਦਰ ਨੂੰ ਇੱਕ ਦੂਜੇ ਨਾਲ ਪਿਆਰ ਉਦੋਂ ਹੀ ਹੋ ਗਿਆ ਸੀ ਜਦੋਂ ਦੋਵੇਂ ਲੁਧਿਆਣੇ ਇਕੱਠੇ ਪੜ੍ਹਦੇ ਸਨ। ਨਵਤੇਜ ਖਾਂਦੇ ਪੀਂਦੇ ਘਰ ਦਾ ਇਕਲੌਤਾ ਪੁੱਤਰ ਸੀ, ਵੱਡੀ ਜਾਇਦਾਦ ਦਾ ਮਾਲਕ ਸੀ। ਹਰਮਿੰਦਰ ਉਂਝ ਤਾਂ ਪਟਵਾਰੀ ਦੀ ਧੀ ਸੀ, ਪਰ ਉਸ ਤੋਂ ਬਾਅਦ ਛੋਟੇ 3 ਭਰਾ ਪੈਦਾ ਹੋਣ ਕਾਰਨ ਉਸਦੇ ਮਾਂ-ਬਾਪ ਉਸ ਨੂੰ ਪਰਿਵਾਰ ਦੀ ਕਿਸਮਤ ਸਮਝਦੇ ਸਨ। ਇਸ ਲਈ ਉਹ ਮਾਂ-ਬਾਪ ਦੀ ਲਾਡਲੀ ਸੀ। ਮਾਂ-ਬਾਪ ਉਸਦੀ ਹਰ ਰੀਝ, ਹਰ ਮੰਗ ਪੂਰੀ ਕਰਕੇ ਖੁਸ਼ੀ ਮਹਿਸੂਸ ਕਰਦੇ ਸਨ। ਘਰ ਵਿੱਚ ਉਸਦੀ ਹਰ ਗੱਲ ਕਦੇ ਮੋੜੀ ਨਹੀਂ ਸੀ ਜਾਂਦੀ। ਮਾਂ-ਬਾਪ ਨੇ ਪੁੱਤਰਾਂ ਦੇ ਨਾਲ-ਨਾਲ ਹਰਮਿੰਦਰ ਨੂੰ ਵੀ ਖੂਬ ਪੜ੍ਹਾਇਆ ਸੀ। MA ਕਰਕੇ ਜਦ ਦੋਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ, ਤਦ ਨਵਤੇਜ ਦੇ ਜਿਗਰੀ ਦੋਸਤ ਸੁਖਪਾਲ ਨੇ ਉਹਨਾਂ ਦੀ ਕਾਫੀ ਮਦਦ ਕੀਤੀ ਸੀ। ਦੋਹਾਂ ਪਰਿਵਾਰਾਂ ਨਾਲ ਉਸਨੇ ਹੀ ਗੱਲ ਚਲਾਈ ਸੀ। ਹਰਮਿੰਦਰ ਦੇ ਮਾਂ-ਬਾਪ ਨੇ ਨਵਤੇਜ ਨੂੰ ਦੇਖਿਆ ਤਾਂ ਧੀ ਦੀ ਚੋਣ ਤੇ ਖੁਸ਼ ਹੋ ਗਏ। ਸੁਖਪਾਲ ਨੂੰ ਉਹਨਾਂ ਹਾਂ ਹੀ ਨਹੀਂ ਕੀਤੀ, ਉਸਦਾ ਸਗੋਂ ਧੰਨਵਾਦ ਵੀ ਕੀਤਾ। ਪਰ ਵੱਡੀ ਜਾਇਦਾਦ ਦੀ ਮਾਲਕ ਨਵਤੇਜ ਦੀ ਮਾਂ ਜੀ ਨੇ ਮਹਿਜ਼ ਪਟਵਾਰੀ ਦੀ ਧੀ ਨਾਲ ਪੁੱਤ ਦਾ ਵਿਆਹ ਕਰਨ ਤੋਂ ਨੱਕ ਬੁੱਲ ਵੱਟੇ। ਸੁਖਪਾਲ ਦੇ ਜ਼ੋਰ ਪਾਉਣ ਤੇ ਜਦ ਹਰਮਿੰਦਰ ਨੂੰ ਦੇਖਿਆ, ਉਸ ਨਾਲ ਗੱਲਬਾਤ ਕੀਤੀ, ਤਦ ਉਸਨੇ ਵੀ ਸੁਖਪਾਲ ਨੂੰ ਹਾਮੀ ਭਰ ਦਿੱਤੀ। ਪੁੱਤਰ ਦੇ ਵਿਆਹ ਤੇ ਉਸਨੇ 100 ਸ਼ਗਨ ਕੀਤੇ। ਹਰਮਿੰਦਰ ਨੂੰ ਸੋਨੇ ਨਾਲ ਲੱਦ ਦਿੱਤਾ। 1.25 ਮਹੀਨਾ ਉਸਨੂੰ ਘਰ ਦੇ ਕਿਸੇ ਕੰਮ ਨੂੰ ਹੱਥ ਨਾ ਲਗਾਉਣ ਦਿੱਤਾ। ਖੁਸ਼ੀ ਵਿੱਚ ਗਰੀਬ ਗੁਰਬਿਆਂ ਦੀਆਂ ਝੋਲੀਆਂ ਭਰ ਦਿੱਤੀਆਂ। ਪਤੀ ਦਾ ਕਤਲ ਹੋ ਜਾਣ ਬਾਅਦ ਉਸਦੀ ਜ਼ਿੰਦਗੀ ਵਿੱਚ ਜੋ ਖਲਾਅ ਪੈਦਾ ਹੋਇਆ ਸੀ, ਹੁਣ ਉਸਨੂੰ ਪੂਰਾ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ। MA ਕਰਨ ਬਾਅਦ ਨਵਤੇਜ ਤਾਂ ਜ਼ਮੀਨ ਜਾਇਦਾਦ ਦੀ ਦੇਖਭਾਲ ਵਿੱਚ ਰੁੱਝ ਗਿਆ। ਉਸਨੂੰ ਕਿਸੇ ਨੌਕਰੀ ਦੀ ਲੋੜ ਨਹੀਂ ਸੀ। ਹਰਮਿੰਦਰ MA ਕਰਕੇ ਘਰ ਬੈਠਣ ਦੇ ਹੱਕ ਵਿੱਚ ਨਹੀਂ ਸੀ। ਉਸਨੇ ਜਦ ਨੌਕਰੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਸੱਸ ਨੂੰ ਇਹ ਗੱਲ ਚੰਗੀ ਨਾ ਲੱਗੀ। ਇੰਨੀ ਜਾਇਦਾਦ ਹੋਣ ਦੇ ਬਾਵਜੂਦ ਕਿਤੇ ਨੌਕਰੀ ਕਰਨ ਦੀ ਕੀ ਲੋੜ? ਉਸਨੇ ਹਰਮਿੰਦਰ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਧੀਏ, ਤੂੰ ਘਰ ਬੈਠ ਕੇ ਰਾਜ ਕਰ, ਕਿਸੇ ਦੀ ਚਾਕਰੀ ਕਰਨ ਦੀ ਕੀ ਮਜਬੂਰੀ ਹੈ? ਹਰਮਿੰਦਰ ਨੇ ਸੱਸ ਨੂੰ ਅਖੀਰ ਰਜ਼ਾਮੰਦ ਕਰ ਲਿਆ। ਉਸਨੇ ਕਿਹਾ, ਮਾਂ ਜੀ, ਨੌਕਰੀ ਮੇਰੀ ਮਜਬੂਰੀ ਨਹੀਂ, ਸ਼ੌਂਕ ਹੈ। ਉਂਝ ਵੀ ਟੀਚਿੰਗ ਨੌਕਰੀ ਨਹੀਂ, ਸੇਵਾ ਹੈ। ਨਵਤੇਜ ਤਾਂ ਹਰਮਿੰਦਰ ਦੀ ਕੋਈ ਗੱਲ ਮੋੜਨੀ ਪਿਆਰ ਦੀ ਹੱਦ ਤੱਕ ਸਮਝਦਾ ਸੀ। ਉਸਨੇ ਵੀ ਮਾਂ ਜੀ ਨੂੰ ਰਾਜ਼ੀ ਕਰਨ 'ਚ ਮਦਦ ਕੀਤੀ। ਹਰਮਿੰਦਰ ਨੂੰ ਲੁਧਿਆਣੇ ਉਸੇ ਕਾਲਜ ਲੈਕਚਰਰ ਦੀ ਸੇਵਾ ਮਿਲ ਗਈ ਜਿੱਥੇ ਉਹ ਪੜ੍ਹੀ ਸੀ। ਅਜੇ ਸਾਲ ਵੀ ਬੀਤਿਆ ਨਹੀਂ ਸੀ ਕਿ ਹਰਮਿੰਦਰ ਨੇ ਘਰ ਨੂੰ ਖੁਸ਼ੀਆਂ ਨਾਲ ਭਰ ਦਿੱਤਾ। ਉਹ ਗਰਭਵਤੀ ਹੋ ਗਈ ਸੀ। ਸੱਸ ਘੁਮਾਵੀਂ ਭੀੜੀ ਫਿਰਨ ਲੱਗੀ। ਉਸਨੇ ਹਰਮਿੰਦਰ ਨੂੰ ਲੰਬੀ ਛੁੱਟੀ ਲੈਣ ਲਈ ਮਨਾ ਲਿਆ। ਉਸਨੂੰ ਬੈੱਡ ਤੋਂ ਥੱਲੇ ਪੈਰ ਨਾ ਧਰਨ ਦਿੰਦੀ। ਉਸਦੀ ਹਰ ਵੇਲੇ ਸੇਵਾ ਲਈ ਇੱਕ ਔਰਤ ਰੱਖ ਦਿੱਤੀ। ਪਰ ਹੁਣ ਇਹਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਜੇ 5ਵਾਂ ਮਹੀਨਾ ਵੀ ਗੁਜ਼ਰਿਆ ਨਹੀਂ ਸੀ ਕਿ ਹਰਮਿੰਦਰ ਦਾ ਗਰਭਪਾਤ ਹੋ ਗਿਆ। ਸੱਸ ਦੀਆਂ ਖੁਸ਼ੀਆਂ ਫਿਕਰ ਵਿੱਚ ਬਦਲ ਗਈਆਂ।
ਵਾਰਿਸ ਦੀ ਆਮਦ ਦੀ ਖੁਸ਼ੀ ਵਿੱਚ ਉੱਡਦੀ ਫਿਰਦੀ ਉਹ ਠੇਡਾ ਖਾ ਕੇ ਡਿੱਗ ਪਈ ਸੀ। ਕੁਝ ਦਿਨ ਘਰ ਵਿੱਚ ਉਦਾਸੀ ਛਾਈ ਰਹੀ, ਪਰ ਕੁਝ ਅਰਸੇ ਬਾਅਦ ਫਿਰ ਜ਼ਿੰਦਗੀ ਆਮ ਵਾਂਗ ਹੋ ਗਈ। 7 ਵਰ੍ਹੇ ਬੀਤ ਗਏ, ਘਰ ਨੂੰ ਭਾਗ ਨਾ ਲੱਗੇ। ਹਰਮਿੰਦਰ 3 ਵਾਰ ਗਰਭਵਤੀ ਹੋਈ, ਪਰ ਤਿੰਨੇ ਵਾਰ ਗਰਭਪਾਤ ਹੋ ਗਿਆ ਸੀ। ਡਾਕਟਰਾਂ ਦਾ ਕਹਿਣਾ ਸੀ ਉਸ ਦਾ ਬਲੱਡ ਗਰੁੱਪ A ਹੈ। ਨਵਤੇਜ ਦੇ ਵੱਖਰੇ ਬਲੱਡ ਗਰੁੱਪ ਕਾਰਨ ਬੱਚੇ ਦਾ ਗਰਭ ਵਿੱਚ ਹੀ ABO ਬਲੱਡ ਗਰੁੱਪ ਬਣ ਜਾਂਦਾ ਹੈ, ਜਿਸ ਕਾਰਨ ਗਰਭਪਾਤ ਹੋ ਜਾਂਦਾ ਹੈ। ਪਤੀ ਪਤਨੀ ਦੇ ਵੱਖ-ਵੱਖ ਬਲੱਡ ਗਰੁੱਪਾਂ ਕਾਰਨ ਅਕਸਰ ਤਾਂ ਅਜਿਹਾ ਨਹੀਂ ਹੁੰਦਾ, ਪਰ ਕੁਝ ਕੇਸਾਂ ਵਿੱਚ ਕੁਦਰਤ ਭਾਣਾ ਵਰਤਾ ਦਿੰਦੀ ਹੈ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਸੱਸ ਦੀ ਚਿੰਤਾ ਵੱਧਦੀ ਹੀ ਗਈ। ਨਵਤੇਜ ਉਸਦਾ ਇਕਲੌਤਾ ਪੁੱਤਰ ਸੀ। ਜ਼ਮੀਨ ਜਾਇਦਾਦ ਬਹੁਤ ਸੀ। ਸ਼ਰੀਕਾਂ ਨਾਲ ਜਾਇਦਾਦ ਦੇ ਝਗੜੇ ਵਿੱਚ ਉਸਦੇ ਪਿਤਾ ਦਾ ਕਤਲ ਹੋ ਗਿਆ ਸੀ। ਉਸਦੀ ਮਾਂ ਜੀ ਨੇ ਹੀ ਦਲੇਰੀ ਨਾਲ ਮੁਕੱਦਮੇ ਲੜੇ ਸੀ ਅਤੇ ਪਤੀ ਦੇ ਕਾਤਲਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਵਾਈਆਂ ਸਨ। ਆਪਣੇ ਪੁੱਤਰ ਨੂੰ ਪਾਲਿਆ ਸੀ, ਪੜ੍ਹਾਇਆ ਲਿਖਾਇਆ ਸੀ। ਜਦ ਹਰਮਿੰਦਰ ਦੇ ਲਗਾਤਾਰ ਗਰਭਪਾਤਾਂ ਕਾਰਨ ਕੋਈ ਬੱਚਾ ਨਾ ਹੋਇਆ, ਤਦ ਉਸਨੇ ਅਖੀਰ ਨਵਤੇਜ ਦਾ ਦੂਸਰਾ ਵਿਆਹ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਉਹ ਸੋਚਦੀ ਸੀ ਕਿ ਨਵਤੇਜ ਦੇ ਪੁੱਤਰ ਨਾ ਹੋਣ ਦੀ ਸੂਰਤ ਵਿੱਚ ਜਾਇਦਾਦ ਫਿਰ ਨਵਤੇਜ ਦੇ ਪਿਤਾ ਦੇ ਕਾਤਲਾਂ ਨੂੰ ਚਲੇ ਜਾਣੀ ਸੀ। ਉਹ ਅਜਿਹਾ ਕਦਾਚਿਤ ਨਹੀਂ ਸੀ ਹੋਣ ਦੇਣਾ ਚਾਹੁੰਦੀ। ਨਵਤੇਜ ਆਪਣੀ ਮਾਂ ਜੀ ਨੂੰ ਵੀ ਸਹੀ ਸਮਝਦਾ ਸੀ। ਦੂਜੇ ਪਾਸੇ ਹਰਮਿੰਦਰ ਨੂੰ ਵੀ ਬਹੁਤ ਪਿਆਰ ਕਰਦਾ ਸੀ। ਉਹ ਦੁਚਿੱਤੀ ਦੀ ਸੂਲੀ ਲਟਕ ਗਿਆ ਮਹਿਸੂਸ ਕਰਦਾ ਸੀ। ਉਹ ਹਰਮਿੰਦਰ ਨੂੰ ਦੂਰ ਕਰਨਾ ਨਹੀਂ ਸੀ ਚਾਹੁੰਦਾ। ਮਾਂ ਜੀ ਦੇ ਫੈਸਲੇ ਦੇ ਵੀ ਵਿਰੁੱਧ ਨਹੀਂ ਸੀ ਜਾ ਸਕਦਾ। ਹਰਮਿੰਦਰ ਆਪਣੇ ਪਿਆਰ ਨੂੰ ਕਿਸੇ ਹੋਰ ਨਾਲ ਵੰਡਣ ਦੇ ਹੱਕ ਵਿੱਚ ਨਹੀਂ ਸੀ। ਨਵਤੇਜ ਦੇ ਲੱਖ ਤਰਲਿਆਂ ਮਿੰਨਤਾਂ ਦੇ ਬਾਵਜੂਦ ਉਹ ਆਪਣੇ ਫੈਸਲੇ ਤੇ ਅੜੀ ਰਹੀ। ਨਵਤੇਜ ਦੀ ਦੂਜੀ ਪਤਨੀ ਦਾ ਸੋਚ ਕੇ ਹੀ ਉਸਦਾ ਮੂੰਹ ਕੁਸੈਲਾ ਹੋ ਜਾਂਦਾ। ਉਸਨੂੰ ਲੱਗਦਾ ਜਿਵੇਂ ਕੋਈ ਧੱਕੇ ਨਾਲ ਉਸਦੇ ਮੂੰਹ ਵਿੱਚ ਕੋੜ ਕਿਰਲੀ ਠੋਸ ਰਿਹਾ ਹੋਵੇ। ਉਸਨੂੰ ਤਾਂ ਬਚਪਨ ਵਿੱਚ ਮਾਂ ਨੇ ਵੀ ਕਦੇ ਭਰਾਵਾਂ ਦੀ ਜੂਠ ਖਾਣ ਲਈ ਮਜਬੂਰ ਨਹੀਂ ਸੀ ਕੀਤਾ। ਅਖੀਰ ਨਵਤੇਜ ਦੀ ਮਾਂ ਜੀ ਨੇ ਉਸਦੇ ਦੂਸਰੇ ਵਿਆਹ ਦਾ ਫੈਸਲਾ ਕਰ ਲਿਆ। ਗਰੀਬ ਘਰ ਦੀ ਅਨਪੜ੍ਹ ਕੁੜੀ ਨਾਲ ਉਸਦਾ ਰਿਸ਼ਤਾ ਤੈਅ ਕਰ ਦਿੱਤਾ ਅਤੇ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਸੱਸ ਨੇ ਹਰਮਿੰਦਰ ਨੂੰ ਵਰਾਉਣ ਲਈ ਇੱਥੋਂ ਤੱਕ ਆਖ ਦਿੱਤਾ, ਧੀਏ, ਤੇਰੇ ਲਈ ਪੱਕੀ ਨੌਕਰਾਣੀ ਲਿਆ ਰਹੀ ਹਾਂ, ਤੇਰਾ ਅੱਗਾ ਤੱਗਾ ਕਰਿਆ ਕਰੂ। ਪਰ ਹਰਮਿੰਦਰ ਨੂੰ ਕੋਈ ਵੀ ਦਲੀਲ ਚੰਗੀ ਨਾ ਲੱਗੀ। ਉਹਨਾਂ ਹੀ ਦਿਨਾਂ ਵਿੱਚ ਉਹ ਫਿਰ ਗਰਭਵਤੀ ਹੋ ਗਈ। ਪਰ ਇਹ ਖਬਰ ਵੀ ਨਵਤੇਜ ਦੇ ਦੂਜੇ ਵਿਆਹ ਦੇ ਫੈਸਲੇ ਨੂੰ ਰੁਕਵਾ ਨਾ ਸਕੀ। ਨਵਤੇਜ ਦੀ ਮਾਂ ਜੀ ਉਸ ਵੱਲੋਂ ਬਿਲਕੁਲ ਬੇਆਸ ਹੋ ਚੁੱਕੀ ਸੀ। ਨਵਤੇਜ ਦੇ ਦੂਜੇ ਵਿਆਹ ਤੋਂ ਕੁਝ ਦਿਨ ਪਹਿਲਾਂ ਹਰਮਿੰਦਰ ਨੇ ਕਾਲਜ ਤੋਂ ਬਿਮਾਰੀ ਦਾ ਬਹਾਨਾ ਲਗਾ ਕੇ ਲੰਬੀ ਛੁੱਟੀ ਲੈ ਲਈ ਤੇ ਬਰਨਾਲੇ ਚਲੀ ਗਈ। ਉੱਥੇ ਉਸਦੀ ਬਚਪਨ ਦੀ ਸਹੇਲੀ ਵਿਆਹੀ ਹੋਈ ਸੀ ਅਤੇ ਨੌਕਰੀ ਕਰਦੀ ਸੀ। ਨਵਤੇਜ ਉਸਨੂੰ ਢੂੰਡ ਕੇ ਉਸ ਕੋਲ ਆਇਆ। ਹਰਮਿੰਦਰ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਹਰਮਿੰਦਰ ਆਪਣੇ ਫੈਸਲੇ ਤੇ ਡਟੀ ਰਹੀ। ਉਸਨੇ ਸਾਫ਼ ਕਹਿ ਦਿੱਤਾ, ਨਵਤੇਜ, ਮੈਂ ਤੁਹਾਡੀ ਹਾਂ, ਤੁਹਾਡੀ ਰਹਾਂਗੀ, ਪਰ ਤੁਹਾਡੇ ਨਾਲ ਨਹੀਂ ਰਹਾਂਗੀ। ਤੇਰੇ ਲਈ ਵੱਖਰਾ ਘਰ ਬਣਾਇਆ ਜਾ ਸਕਦਾ ਹੈ, ਨਵਤੇਜ ਦੀ ਦਲੀਲ ਸੀ। ਕੋਈ ਫਰਕ ਨਹੀਂ ਪਵੇਗਾ ਉਸ ਨਾਲ। ਤੁਹਾਨੂੰ ਕਿਸੇ ਹੋਰ ਦਾ ਕਲਪਨਾ ਕਰਕੇ ਹੀ ਨਫ਼ਰਤ ਨਾਲ ਭਰ ਜਾਂਦੀ ਹਾਂ। ਅੱਖੀਂ ਦੇਖ ਕੇ ਕਿਵੇਂ ਜਰ ਸਕਦੀ ਹਾਂ। ਤੁਹਾਡੇ ਦੂਜੇ ਵਿਆਹ ਨੇ ਜੋ ਲక్ష్మణ ਰੇਖਾ ਖਿੱਚ ਦਿੱਤੀ ਹੈ, ਮੈਂ ਉਸਨੂੰ ਕਦੇ ਪਾਰ ਨਹੀਂ ਕਰ ਸਕਦੀ। ਮੈਂ ਤਾਂ ਆ ਸਕਦਾ। ਨਵਤੇਜ ਨੇ ਆਖਰੀ ਤਰਲਾ ਕੀਤਾ। ਨਹੀਂ, ਕਿਸੇ ਹੋਰ ਦੇ ਪਤੀ ਨੂੰ ਮੈਂ ਇਹ ਖੁੱਲ੍ਹ ਕਦਾਚਿਤ ਨਹੀਂ ਦੇ ਸਕਦੀ। ਤੇਰੇ ਬਗੈਰ ਇਹ ਜ਼ਿੰਦਗੀ ਸਰਾਪ ਬਣ ਜਾਣੀ ਹੈ। ਮੈਂ ਕਿਵੇਂ ਜੀਵਾਂਗਾ? ਜੇ ਤੁਹਾਡੇ ਕਿਸੇ ਕੱਜ ਕਰਕੇ ਮੈਂ ਔਲਾਦ ਦੀ ਖਾਤਰ ਦੂਜਾ ਵਿਆਹ ਕਰਵਾ ਕੇ ਦੂਜਾ ਮਰਦ ਉਸੇ ਘਰ ਰੱਖਦੀ, ਫਿਰ ਕਿਵੇਂ ਜਿਉਂਦੇ? ਨਵਤੇਜ ਨੇ ਹਰਮਿੰਦਰ ਵੱਲ ਦੇਖਿਆ। ਦੇਖੀ ਗਿਆ। ਉਸਦੇ ਅੰਦਰ ਕੁਝ ਟੁੱਟ ਭੱਜ ਹੋਈ। ਹਰਮਿੰਦਰ ਦੇ ਤੀਰ ਦੀ ਪੀੜ ਉਸਦੇ ਚਿਹਰੇ ਤੇ ਫੈਲ ਗਈ। ਫਿਰ ਉਹ ਚੁੱਪਚਾਪ ਉੱਠ ਕੇ ਚਲਾ ਗਿਆ।
ਹਰਮਿੰਦਰ ਦੇ ਭਰਾਵਾਂ ਨੇ ਵੀ ਸੁਲ੍ਹਾ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਅਖੀਰ ਆਪਣੀ ਵੱਡੀ ਭੈਣ ਨਾਲ ਸਹਿਮਤ ਹੋ ਗਏ। ਉਹਨਾਂ ਕਦੇ ਆਪਣੀ ਭੈਣ ਦੀ ਗੱਲ ਮੋੜੀ ਹੀ ਨਹੀਂ ਸੀ। ਉਹਨਾਂ ਆਪਣੀ ਭੈਣ ਦੇ ਫੈਸਲੇ ਨੂੰ ਹੀ ਸਹੀ ਮੰਨ ਲਿਆ ਤੇ ਇੰਜ ਦੋ ਪਿਆਰ ਕਰਨ ਵਾਲੇ, ਇੱਕ ਦੂਜੇ ਤੇ ਜਾਨ ਛਿੜਕਣ ਵਾਲੇ ਜੁਦਾ ਹੋ ਗਏ, ਦੂਰ ਦੂਰ ਹੋ ਗਏ। ਹਰਮਿੰਦਰ ਨੇ ਲੁਧਿਆਣੇ ਤੋਂ ਨੌਕਰੀ ਛੱਡ ਦਿੱਤੀ, ਇੱਕ ਪ੍ਰਾਈਵੇਟ ਕਾਲਜ ਵਿੱਚ ਨੌਕਰੀ ਕਰ ਲਈ। ਉੱਥੇ ਹੀ ਮਿੰਨੀ ਪੈਦਾ ਹੋਈ। ਉਸਦੀ ਖਬਰ ਤੱਕ ਨਵਤੇਜ ਨੂੰ ਨਾ ਦਿੱਤੀ ਗਈ। ਕੁਝ ਸਾਲਾਂ ਬਾਅਦ ਉਸੇ ਕਾਲਜ ਦੀ ਪ੍ਰਿੰਸੀਪਲ ਨਿਯੁਕਤ ਹੋ ਗਈ। ਉੱਥੇ ਹੀ ਉਸਨੇ ਆਪਣਾ ਘਰ ਬਣਾ ਲਿਆ। ਮਿੰਨੀ ਨੇ ਜਦ ਵੀ ਆਪਣੇ ਬਾਪ ਬਾਰੇ ਪੁੱਛਿਆ, ਉਸਨੂੰ ਇਹੋ ਕਿਹਾ ਗਿਆ, ਉਹ ਪਰਦੇਸ ਗਿਆ ਹੋਇਆ। ਜਦ ਥੋੜੀ ਵੱਡੀ ਹੋਈ, ਆਖ ਦਿੱਤਾ ਗਿਆ ਉਸਦੀ ਕੋਈ ਉਗ ਸੁਗ ਨਹੀਂ ਮਿਲ ਰਹੀ। ਇੰਝ ਹੀ 23 ਸਾਲ ਬੀਤ ਗਏ। ਮਿੰਨੀ ਨੇ MA ਪਾਸ ਕਰ ਲਈ ਤੇ ਹੁਣ ਉਹ PhD ਕਰ ਰਹੀ ਸੀ। ਇੰਨੇ ਸਾਲਾਂ ਵਿੱਚ ਹਰਮਿੰਦਰ ਨੂੰ ਨਵਤੇਜ ਦੀ ਯਾਦ ਤਾਂ ਸ਼ਿੱਦਤ ਨਾਲ ਆਉਂਦੀ ਰਹੀ ਸੀ। ਉਹ ਉਸਨੂੰ ਦਿਲੋਂ ਕਦੇ ਵੀ ਵਿਸਾਰ ਨਾ ਸਕੀ, ਪਰ ਉਹ ਆਪੇ ਵਾਹੀ ਲక్ష్మణ ਰੇਖਾ ਕਦੇ ਟੱਪ ਨਾ ਸਕੀ। ਉਂਝ ਉਸਨੂੰ ਨਵਤੇਜ ਬਾਰੇ ਕਿਸੇ ਸਹੇਲੀ ਰਾਹੀਂ ਖਬਰ ਮਿਲਦੀ ਰਹੀ ਸੀ। ਉਸਦੇ ਦੂਸਰੇ ਵਿਆਹ 'ਚੋਂ ਪੁੱਤਰ ਪੈਦਾ ਹੋਇਆ ਸੀ। ਪੁੱਤਰ ਵੱਡਾ ਹੋਇਆ ਤਾਂ ਅਨਪੜ੍ਹ ਮਾਂ ਦੇ ਲਾਡ ਪਿਆਰ ਨੇ ਵਿਗਾੜ ਦਿੱਤਾ। ਪੜ੍ਹਿਆ ਲਿਖਿਆ ਵੀ ਨਹੀਂ ਸੀ। ਜਦ ਵੀ ਘਰ ਵਿੱਚ ਇਸ ਬਾਰੇ ਗੱਲ ਹੁੰਦੀ ਸੀ, ਉਸਦੀ ਮਾਂ ਨਵੀਂ ਮਿਲੀ ਅਮੀਰੀ ਦੇ ਘਮੰਡ ਵਿੱਚ ਆਖ ਦਿੰਦੀ, ਕਿਉਂ ਉਸ ਵਿਚਾਰੇ ਦੇ ਹੱਥ ਧੋ ਕੇ ਪਿੱਛੇ ਪਏ ਰਹਿੰਦੇ ਹੋ? ਇੰਨੀ ਜਾਇਦਾਦ ਦੇ ਵਾਰਿਸ ਨੂੰ ਪੜ੍ਹਾਈ ਨਾਲ ਮੱਥਾ ਮਾਰਨ ਦੀ ਕੀ ਲੋੜ? ਜਦ ਹੋਰ ਵੱਡਾ ਹੋਇਆ ਤਾਂ ਨਸ਼ਿਆਂ ਵਿੱਚ ਗੁੱਟ ਰਹਿਣ ਲੱਗ ਪਿਆ। ਨਵਤੇਜ ਦੀ ਮਾਂ ਜੀ ਨੂੰਹ ਤੇ ਪੋਤਰੇ ਦੀਆਂ ਕਰਤੂਤਾਂ ਦੇਖਦੀ ਰਿੱਝਦੀ ਰਹਿੰਦੀ। ਨੂੰਹ ਹੱਥੋਂ ਖੁਆਰ ਹੁੰਦੀ ਰਹਿੰਦੀ। ਅਖੀਰ ਕੁਝ ਹੀ ਸਾਲਾਂ ਬਾਅਦ ਚੱਲ ਵਸੀ। ਨਵਤੇਜ ਦਾ ਤਾਂ ਹਰਮਿੰਦਰ ਤੋਂ ਅਲੱਗ ਹੋ ਕੇ ਪਹਿਲਾਂ ਹੀ ਜ਼ਿੰਦਗੀ ਨਾਲੋਂ ਮੋਹ ਟੁੱਟ ਚੁੱਕਾ ਸੀ। ਮਾਂ ਜੀ ਦੇ ਤੁਰ ਜਾਣ ਬਾਅਦ ਇਕੱਲਾ ਹੀ ਦੂਜੀ ਪਤਨੀ ਦੀਆਂ ਖਰਮਸਤੀਆਂ ਤੇ ਉਸਦੇ ਪੁੱਤਰ ਦੀਆਂ ਅਯਾਸ਼ੀਆਂ ਦੇਖ ਸੜਨ ਪੁੱਜਣ ਜੋਗਾ ਰਹਿ ਗਿਆ। ਪਰੇਸ਼ਾਨੀ ਵਿੱਚ ਪਤਨੀ ਨੂੰ ਕੁਝ ਆਖਦਾ ਤਾਂ ਪੁੱਤਰ ਦਾ ਹੀ ਪੱਖ ਪੂਰਦੀ। ਛੱਡੋ ਜੀ, ਨਸ਼ੇ ਤਾਂ ਅਮੀਰਾਂ ਦੇ ਸ਼ੌਂਕ ਹੁੰਦੇ ਨੇ। ਹਰਮਿੰਦਰ ਨੂੰ ਇਹ ਸਭ ਪਤਾ ਤਾਂ ਲੱਗਦਾ ਰਿਹਾ ਸੀ, ਪਰ ਉਹ ਇਹੋ ਸਮਝਦੀ ਰਹੀ ਸੀ ਕਿ ਇਸ ਸਭ ਕਾਸੇ ਦਾ ਜ਼ਿੰਮੇਵਾਰ ਨਵਤੇਜ ਹੈ। ਮੇਰਾ ਇਸ ਨਾਲ ਕੋਈ ਵਾਸਤਾ ਨਹੀਂ। ਮਿੰਨੀ ਕਾਰ ਚਲਾਉਂਦੀ ਰਹੀ। ਹਰਮਿੰਦਰ ਇਹਨਾਂ ਹੀ ਸੋਚਾਂ ਵਿੱਚ ਡੁੱਬੀ ਰਹੀ ਅਤੇ ਹੱਥ ਵਿੱਚ ਫੜੀ ਮਾਲਾ ਦੇ ਮਣਕੇ ਫੇਰਦੀ ਰਹੀ। ਮਿੰਨੀ ਨੇ ਸੜਕ ਉੱਪਰ ਕੋਟਲੇ ਦਾ ਸਾਈਨ ਦੇਖਿਆ ਅਤੇ ਗੱਡੀ ਉਸ ਪਾਸੇ ਮੋੜ ਲਈ। ਹਰਮਿੰਦਰ ਯਾਦਾਂ 'ਚੋਂ ਬਾਹਰ ਆਈ। ਮਿੰਨੀ ਨੂੰ ਡਾਇਰੈਕਸ਼ਨ ਦਿੰਦੀ ਰਹੀ ਤੇ ਮਿੰਨੀ ਪਿੰਡ ਦੇ ਰਾਹਾਂ ਤੇ ਕਾਰ ਚਲਾਉਂਦੀ ਰਹੀ। ਅਖੀਰ ਹਰਮਿੰਦਰ ਨੇ ਕਾਰ ਰੋਕਣ ਲਈ ਕਿਹਾ। ਰਾਤ ਦਾ ਸੁਪਨਾ ਉਸਨੂੰ ਫਿਰ ਯਾਦ ਆ ਗਿਆ। ਨਵਤੇਜ ਅਨੇਕਾਂ ਦੁਸ਼ਮਣਾਂ ਵਿੱਚ ਘਿਰਿਆ ਨਜ਼ਰ ਆਇਆ। ਉਹਨਾਂ ਸਭ ਦੀਆਂ ਸ਼ਕਲਾਂ ਬਹੁਤ ਭਿਆਨਕ ਸਨ, ਜਿਵੇਂ ਕਿਸੇ ਹੋਰ ਗ੍ਰਹਿ ਤੋਂ ਆਏ ਹੋਣ। ਜੀਭਾਂ ਬਾਹਰ ਨਿਕਲੀਆਂ ਹੋਈਆਂ ਸਨ। ਉਹਨਾਂ ਦੇ ਹੱਥਾਂ ਵਿੱਚ ਅਜੀਬ ਕਿਸਮ ਦੇ ਹਥਿਆਰ ਸਨ। ਉਹ ਨਵਤੇਜ ਦੀ ਜਾਨ ਲੈਣ ਲਈ ਤੁਲੇ ਹੋਏ ਸਨ। ਹਰਮਿੰਦਰ ਉਹਨਾਂ ਦੀਆਂ ਸ਼ਕਲਾਂ ਦੇਖ ਕੇ ਡਰ ਗਈ ਸੀ। ਨਵਤੇਜ ਦੀਆਂ ਚੀਖਾਂ ਉਸਦੇ ਕੰਨਾਂ ਨੇ ਸੁਣੀਆਂ ਸਨ। ਉਸਨੂੰ ਲੱਗਾ ਸੀ ਜਿਵੇਂ ਨਵਤੇਜ ਉਸਨੂੰ ਬਚਾ ਲਈ ਪੁਕਾਰ ਰਿਹਾ ਹੋਵੇ। 23 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਸੀ। ਉਸਨੇ ਕਦੇ ਲక్ష్మణ ਰੇਖਾ ਟੱਪਣ ਬਾਰੇ ਸੋਚਿਆ ਵੀ ਨਹੀਂ ਸੀ। ਨਵਤੇਜ ਨੂੰ ਮਿਲਣ ਜਾਂ ਉਸਦੀ ਕੋਈ ਗੱਲ ਮੰਨਣ ਦਾ ਉਸਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ। ਪਰ ਇਸ ਸੁਪਨੇ ਨੇ ਕੁਝ ਅਜਿਹਾ ਭੈਭੀਤ ਕਰ ਦਿੱਤਾ ਸੀ ਕਿ ਉਹ ਮਿੰਨੀ ਨੂੰ ਲੈ ਕੇ ਕੋਠਲੇ ਪਹੁੰਚ ਗਈ ਸੀ। ਉਹ ਕਾਰ 'ਚੋਂ ਬਾਹਰ ਆਈ। ਮਿੰਨੀ ਵੀ ਡੋਰ ਭੌਰ ਹੋਈ ਉਸਦੇ ਮਗਰ ਤੁਰ ਪਈ। ਉਹ ਇੱਕ ਮਹਲਨੁਮਾ ਵੱਡੇ ਘਰ ਦੇ ਅੰਦਰ ਦਾਖਲ ਹੋ ਗਈਆਂ। ਸਾਹਮਣੇ ਵਰਾਂਡੇ ਵਿੱਚ ਮਰੀਅਲ ਜਿਹਾ ਮਰੀਜ਼ ਬਣਿਆ ਨਵਤੇਜ ਮੰਜੇ ਤੇ ਪਿਆ ਇੱਕ ਟਕ ਬਾਹਰਲੇ ਦਰਵਾਜ਼ੇ ਵੱਲ ਦੇਖੀ ਜਾ ਰਿਹਾ ਸੀ। ਉਸਦੇ ਕੋਲ ਇੱਕ ਜਨਾਨੀ ਖਲੋਤੀ ਸੀ। ਕੁਝ ਆਦਮੀ ਹਟਵੀਆਂ ਡਿੱਠੀਆਂ ਕੁਰਸੀਆਂ ਤੇ ਬੈਠੇ ਸਨ। ਹਰਮਿੰਦਰ ਪਹਿਚਾਨ ਗਈ। ਨਵਤੇਜ ਦਾ ਕਾਲਜ ਵੇਲੇ ਦਾ ਜਿਗਰੀ ਦੋਸਤ ਸੁਖਪਾਲ ਵੀ ਉਹਨਾਂ ਵਿੱਚ ਬੈਠਾ ਸੀ। ਉਹ ਹਰਮਿੰਦਰ ਹੋਰਾਂ ਨੂੰ ਦੇਖਦਿਆਂ ਸਾਰ ਉੱਠ ਕੇ ਖੜਾ ਹੋ ਗਿਆ। ਹਰਮਿੰਦਰ ਨੇ ਉਹਨਾਂ ਸਾਰਿਆਂ ਵੱਲ ਹੱਥ ਜੋੜ ਦਿੱਤੇ।
ਨਵਤੇਜ ਕੋਲ ਖਲੋਤੀ ਔਰਤ ਨੇ ਮਾਵਾਂ ਧੀਆਂ ਵੱਲ ਗੌਰ ਨਾਲ ਦੇਖਿਆ ਤੇ ਹੈਰਾਨ ਹੋਈ ਦੇਖੀ ਗਈ। ਹਰਮਿੰਦਰ ਤੇ ਮਿੰਨੀ ਮੰਜੇ ਕੋਲ ਪੁੱਜ ਗਈਆਂ। ਨਵਤੇਜ ਨੂੰ ਇਸ ਹਾਲਤ ਵਿੱਚ ਦੇਖ ਕੇ ਹਰਮਿੰਦਰ ਅੰਦਰ ਇੱਕ ਚੀਜ਼ ਉੱਭਰੀ। ਉਸਨੇ ਪੂਰੇ ਸਬਰ ਨਾਲ ਉਸਨੂੰ ਅੰਦਰੇ ਅੰਦਰ ਡੱਕ ਲਿਆ। ਨਵਤੇਜ ਵੀ ਉਹਨਾਂ ਵੱਲ ਦੇਖ ਰਿਹਾ ਸੀ। ਬੋਲਣ ਲਈ ਉਸਦੇ ਬੁੱਲ ਫਰਕ ਰਹੇ ਸਨ, ਪਰ ਉਸ ਤੋਂ ਬੋਲਿਆ ਨਾ ਗਿਆ। ਮੈਨੂੰ ਨੂੰ ਇਹ ਪੂਰਾ ਸੀਨ ਸਮਝ ਨਹੀਂ ਸੀ ਆ ਰਿਹਾ। ਹਰਮਿੰਦਰ ਨੇ ਉਸ ਕੋਲ ਖਲੋਤੀ ਔਰਤ ਨੂੰ ਪੁੱਛਿਆ, ਕੀ ਹੋਇਆ ਹੈ ਇਹਨਾਂ ਨੂੰ? ਉਹ ਔਰਤ ਤਾਂ ਅਜੇ ਬੋਲੀ ਨਹੀਂ ਸੀ। ਸੁਖਪਾਲ ਇਸ਼ਾਰੇ ਨਾਲ ਹਰਮਿੰਦਰ ਨੂੰ ਇੱਕ ਪਾਸੇ ਲੈ ਗਿਆ। ਸੁਖਪਾਲ ਨੇ ਹੌਲੀ ਜਿਹੇ ਕਿਹਾ, ਬਸ ਜਿਉਣਾ ਹੀ ਨਹੀਂ ਚਾਹੁੰਦਾ। ਡਾਕਟਰਾਂ ਨੇ ਬਥੇਰੀ ਵਾਹ ਢਾ ਲਾਈ, ਪਰ ਕੋਈ ਫਰਕ ਨਹੀਂ ਪਿਆ। ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਹੁਣ ਤਾਂ ਬਸ ਸੇਵਾ ਹੀ ਹੈ। ਪੁੱਤਰ ਕਿੱਥੇ ਹੈ ਇਹਨਾਂ ਦਾ? ਹਰਮਿੰਦਰ ਨੇ ਪੁੱਛਿਆ। ਉਸੇ ਦਾ ਤਾਂ ਝੋਰਾ ਮਾਰ ਗਿਆ ਨਵਤੇਜ ਨੂੰ, ਪਿਆ ਹੋਊਗਾ ਕਿਤੇ ਨਸ਼ੇ ਕਰਕੇ, ਸੁਖਪਾਲ ਨੇ ਜਵਾਬ ਦਿੱਤਾ। ਹਰਮਿੰਦਰ ਨਵਤੇਜ ਕੋਲ ਆ ਗਈ, ਉਸ ਉੱਪਰ ਝੁਕ ਗਈ, ਪੁੱਛਿਆ, ਪਛਾਣਿਆ? ਨਵਤੇਜ ਨੇ ਡੁਬਡੁਬਾਈਆਂ ਅੱਖਾਂ ਨਾਲ ਉਸ ਵੱਲ ਦੇਖਿਆ, ਸਿਰ ਹਿਲਾ ਕੇ ਹੀ ਹਾਂ ਕੀਤੀ। ਪਿਛਲੇ 10 ਦਿਨਾਂ ਤੋਂ ਇਹਨਾਂ ਅੰਦਰ ਕੁਝ ਨਹੀਂ ਗਿਆ, ਨਾ ਹੀ ਬੋਲਦੇ ਨੇ ਨਾ ਹੀ ਚੱਲਦੇ ਨੇ। ਭਰੇ ਗਲੇ ਨਾਲ ਉਸ ਔਰਤ ਨੇ ਕਿਹਾ, ਬਸ ਬਾਹਰਲੇ ਦਰਵਾਜ਼ੇ ਵਾਲੀ ਦੇਖੀ ਜਾਂਦਾ ਹੈ। ਸੁਖਪਾਲ ਨੇ ਨੇੜੇ ਹੁੰਦਿਆਂ ਕਿਹਾ। ਹਰਮਿੰਦਰ ਨੇ ਨੇੜੇ ਖੜੀ ਮਿੰਨੀ ਨੂੰ ਕਿਹਾ, ਮਿੰਨੀ ਬੇਟਾ, ਆਪਣੇ ਡੈਡ ਦੇ ਮੂੰਹ ਵਿੱਚ ਜਲ ਪਾ। ਮਿੰਨੀ ਨੂੰ ਝਟਕਾ ਜਿਹਾ ਲੱਗਿਆ। ਉਸਨੇ ਨਵਤੇਜ ਵੱਲ ਗੌਰ ਨਾਲ ਦੇਖਿਆ। ਇਹ ਮੇਰਾ ਡੈਡ? ਮੈਨੂੰ ਤਾਂ ਕਿਹਾ ਗਿਆ ਸੀ ਕਿ ਮੇਰਾ ਡੈਡ ਪਰਦੇਸਾਂ ਵਿੱਚ ਲਾਪਤਾ ਹੋ ਗਿਆ ਸੀ। ਨਵਤੇਜ ਨੇ ਮਿੰਨੀ ਵੱਲ ਦੇਖਦਿਆਂ ਅੱਖਾਂ ਭਰ ਲਈਆਂ। ਪਿਆਰ ਦੇਣ ਲਈ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਹੱਥ ਪੂਰਾ ਚੁੱਕ ਹੀ ਨਾ ਹੋਇਆ। ਮਿੰਨੀ ਨੇ ਉਸਦੀਆਂ ਅੱਖਾਂ ਵਿੱਚ ਦੇਖਿਆ। ਉਸ ਪਲ ਉਸਦਾ ਜੀ ਕੀਤਾ ਉਹ ਆਪ ਉਸਦਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਵੇ। ਹਰਮਿੰਦਰ ਨੇ ਕੋਲ ਮੇਜ਼ ਤੇ ਪਏ ਨੂੰ ਜੱਗ ਨੂੰ ਮਿੰਨੀ ਕੋਲ ਕੀਤਾ। ਇੱਕ ਚਮਚਾ ਉਸਦੇ ਹੱਥ ਫੜਾ ਦਿੱਤਾ। ਮਿੰਨੀ ਨੇ ਚਮਚੇ ਨਾਲ ਪਾਣੀ ਆਪਣੇ ਡੈਡ ਦੇ ਮੂੰਹ ਵਿੱਚ ਪਾਇਆ। ਮਸਾਂ 1-2 ਚਮਚੇ ਅੰਦਰ ਲੰਘੇ ਤੇ ਫਿਰ ਪਾਣੀ ਮੂੰਹ ਚੋਂ ਬਾਹਰ ਵਗ ਗਿਆ। ਨਵਤੇਜ ਕੁਝ ਦੇਰ ਕਦੇ ਹਰਮਿੰਦਰ ਵੱਲ ਕਦੇ ਮਿੰਨੀ ਵੱਲ ਦੇਖਦਾ ਰਿਹਾ ਤੇ ਫਿਰ ਉਸਦੀ ਧੌਣ ਦੂਜੇ ਪਾਸੇ ਨੂੰ ਲੁੜਕ ਗਈ। ਨਾਲ ਹੀ ਨਵਤੇਜ ਦੀ ਦੂਸਰੀ ਪਤਨੀ ਦੀ ਧਾਰ ਨਿਕਲ ਗਈ। ਹਰਮਿੰਦਰ ਕਾਲੀ ਕਾਲੀ ਨਵਤੇਜ ਦੀ ਛਾਤੀ ਦਬਾਉਣ ਤੇ ਉਸਦਾ ਸਾਹ ਚੱਲਦਾ ਰੱਖਣ ਦੀ ਕੋਸ਼ਿਸ਼ ਕਰਨ ਲੱਗ ਪਈ। ਕੁਝ ਦੇਰ ਇੰਜ ਕਰੀ ਗਈ, ਪਰ ਕੁਝ ਫਾਇਦਾ ਨਾ ਹੋਇਆ। ਮਿੰਨੀ ਇਹ ਦੇਖ ਕੇ ਪੱਥਰ ਜਿਹੀ ਹੋ ਗਈ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੁਝ ਮਿੰਟਾਂ ਲਈ ਪੈਦਾ ਹੋਈ ਬਾਪ ਦੀ ਹੋਂਦ ਦਾ ਸੋਗ ਮਨਾਵੇ ਜਾਂ ਚੀਖ ਚੀਖ ਸਭ ਨੂੰ ਸਵਾਲ ਪੁੱਛੇ। ਸੁਖਪਾਲ ਨੇ ਹੋਰ ਨੇੜੇ ਹੁੰਦਿਆਂ ਕਿਹਾ, ਹਰਮਿੰਦਰ, ਰੱਬ ਨੇ ਇੰਨਾ ਹੀ ਮੇਲ ਲਿਖਿਆ ਸੀ ਤੁਹਾਡਾ। ਨਵਤੇਜ ਇੰਨੇ ਦਿਨਾਂ ਦਾ ਤੁਹਾਨੂੰ ਹੀ ਉਡੀਕ ਰਿਹਾ ਸੀ। ਹਰਮਿੰਦਰ ਇੰਨਾ ਹੀ ਆਖ ਸਕੀ, ਹੁਣ ਆ ਤਾਂ ਗਈ ਆਂ, ਇੰਨੀ ਮੂੰਹ ਦੂਜੇ ਪਾਸੇ ਕਿਉਂ ਕਰ ਲਿਆ? ਹਰਮਿੰਦਰ ਪੱਥਰ ਜਿਹੀ ਹੋਈ ਨਵਤੇਜ ਵੱਲ ਦੇਖੀ ਗਈ। ਮਿੰਨੀ ਨੇ ਕੋਲ ਆ ਕੇ ਉਸਨੂੰ ਬਾਹਾਂ ਵਿੱਚ ਲੈ ਲਿਆ। ਨਵਤੇਜ ਦੀ ਦੂਜੀ ਪਤਨੀ ਲਗਾਤਾਰ ਉੱਚੀ ਉੱਚੀ ਰੋਈ ਜਾ ਰਹੀ ਸੀ। ਆਲੇ ਦੁਆਲੇ ਦੇ ਘਰਾਂ ਦੀਆਂ ਹੋਰ ਔਰਤਾਂ ਵੀ ਆ ਕੇ ਵੈਣ ਪਾਉਣ ਲੱਗ ਪਈਆਂ। ਉਹ ਹਰਮਿੰਦਰ ਵੱਲ ਕਾਟਵੀਆਂ ਜਿਹੀਆਂ ਨਜ਼ਰਾਂ ਨਾਲ ਦੇਖ ਰਹੀਆਂ ਸਨ। ਹਰਮਿੰਦਰ ਨੂੰ ਲੱਗਾ ਉਹਨਾਂ ਦੀਆਂ ਨਜ਼ਰਾਂ ਵਿੱਚ ਉਸ ਲਈ ਨਫ਼ਰਤ ਤੇ ਕਈ ਸਵਾਲ ਹਨ। ਉਹ ਉੱਥੋਂ ਜਰਾ ਹਟ ਕੇ ਖੜੀ ਹੋ ਗਈ। ਸੁਖਪਾਲ ਉਹਨਾਂ ਦੇ ਕੋਲ ਆ ਗਿਆ। ਹਰਮਿੰਦਰ ਨੂੰ ਸਮਝ ਨਹੀਂ ਸੀ ਆ ਰਿਹਾ ਹੁਣ ਉਹ ਕੀ ਕਰੇ। ਉਸਨੇ ਸੁਖਪਾਲ ਨੂੰ ਕਿਹਾ, ਸਾਨੂੰ ਹੁਣ ਇਜਾਜ਼ਤ ਦਿਓ ਜਾਣ ਦੀ। ਸੰਸਕਾਰ ਲਈ ਰੁਕੋਗੇ ਨਹੀਂ? ਸੁਖਪਾਲ ਨੇ ਸਵਾਲ ਕੀਤਾ। ਇੱਕ ਲਾਸ਼ ਦੂਜੀ ਲਾਸ਼ ਦਾ ਸੰਸਕਾਰ ਕਿਵੇਂ ਦੇਖ ਸਕਦੀ ਹੈ? ਹਰਮਿੰਦਰ ਨੇ ਕਿਹਾ। ਉਸਨੇ ਬੜੇ ਸਬਰ ਨਾਲ ਆਪਣੇ ਆਪ ਤੇ ਕਾਬੂ ਰੱਖਿਆ ਹੋਇਆ ਸੀ, ਪਰ ਉਸਦਾ ਚਿਹਰਾ ਉਸਦੇ ਅੰਤਰੀਵ ਦੁੱਖ ਦੀ ਸ਼ਾਹਦੀ ਭਰ ਰਿਹਾ ਸੀ। ਹਰਮਿੰਦਰ, ਹੁਣ ਤੁਹਾਡਾ ਇਹ ਸਭ ਛੱਡ ਕੇ ਜਾਣਾ ਸੰਭਵ ਨਹੀਂ, ਸੁਖਪਾਲ ਨੇ ਕਿਹਾ। ਹੁਣ ਸਾਡਾ ਇੱਥੇ ਹੈ ਕੀ? ਹਰਮਿੰਦਰ ਨੇ ਕਿਹਾ। ਉਸਦੀ ਆਵਾਜ਼ ਵਿੱਚ ਸ਼ਿਕਵਾ ਤੇ ਦੁੱਖ ਰਲੇ ਮਿਲੇ ਸਨ। ਸਭ ਕੁਝ ਤੁਹਾਡਾ ਹੀ ਤਾਂ ਹੈ। ਨਵਤੇਜ ਨੇ ਆਪਣੀ ਵਸੀਅਤ ਵਿੱਚ ਆਪਣੀ ਸਾਰੀ ਜਾਇਦਾਦ ਤੇ ਇਹ ਘਰ ਮਿੰਨੀ ਦੇ ਨਾਂ ਕੀਤਾ ਹੋਇਆ।
ਉਹਨਾਂ ਮਾਂ ਪੁੱਤ ਨੂੰ ਤਾਂ ਹਵੇਲੀ ਤੇ ਬੈਂਕ ਬੈਲੈਂਸ ਹੀ ਦਿੱਤਾ ਹੈ, ਮਿੰਨੀ ਨੂੰ? ਉਹਨਾਂ ਨੂੰ ਮਿੰਨੀ ਬਾਰੇ ਪਤਾ ਸੀ? ਹਰਮਿੰਦਰ ਨੇ ਕੰਮ ਦੇ ਬੁੱਲ੍ਹਾਂ ਨਾਲ ਪੁੱਛਿਆ। ਹਾਂ, ਉਸਨੂੰ ਸਭ ਪਤਾ ਸੀ, ਸੁਖਪਾਲ ਨੇ ਦੱਸਿਆ। ਹੈਂ? ਹਰਮਿੰਦਰ ਦੇ ਦਿਲ ਨੂੰ ਮਾਣੋ ਕੋਈ ਤੀਰ ਵਿੰਨ ਗਿਆ ਹੋਵੇ। ਬਦੋ ਬਦੀ ਅੱਖਾਂ ਡੁਬਾ ਆਈਆਂ। ਉਹ ਸਭ ਤੋਂ ਲੁਕਾਉਣ ਲਈ ਉੱਪਰ ਅਸਮਾਨ ਵੱਲ ਦੇਖਣ ਲੱਗ ਪਈ। ਸੂਰਜ ਸਿਰ ਤੇ ਆ ਚੁੱਕਾ ਸੀ। ਉਸਦੀ ਤਾਬ ਹਰਮਿੰਦਰ ਤੋਂ ਝੱਲੀ ਨਾ ਗਈ। ਉਸਦੀਆਂ ਲੱਤਾਂ ਕੰਬਣ ਲੱਗ ਪਈਆਂ। ਮਿੰਨੀ ਨੇ ਮੰਮੀ ਦੀ ਹਾਲਤ ਦੇਖੀ ਤਾਂ ਉਸਨੂੰ ਆਪਣੀਆਂ ਬਾਹਾਂ ਵਿੱਚ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰਨ ਲੱਗ ਪਈ। ਸੁਖਪਾਲ ਨੇ ਕਾਹਲੀ ਨਾਲ ਕੁਰਸੀ ਖਿੱਚ ਕੇ ਕੋਲ ਕੀਤੀ। ਹਰਮਿੰਦਰ ਉਸ ਉੱਪਰ ਬੇਜਾਨ ਜਿਹੀ ਪੰਡ ਵਾਂਗ ਡਿੱਗ ਪਈ। ਹਰਮਿੰਦਰ ਨੇ ਦੇਖਿਆ ਨਵਤੇਜ ਉੱਪਰ ਸਫੇਦ ਕੱਪੜਾ ਪਾ ਦਿੱਤਾ ਗਿਆ ਸੀ। ਉਸਦੀ ਹੂਕ ਨਿਕਲ ਗਈ। ਉਸਨੂੰ ਲੱਗਾ ਨਵਤੇਜ ਦੂਰੋਂ ਪੁਕਾਰ ਰਿਹਾ ਹੈ, ਹਰਮਿੰਦਰ, ਤੂੰ ਮੇਰਾ ਪਿਆਰ ਏ, ਹਮੇਸ਼ਾ ਪਿਆਰ ਹੀ ਰਹਿਣਾ। ਤੇਰੇ ਤੋਂ ਬਗੈਰ ਇਹ ਜ਼ਿੰਦਗੀ ਨਿਰਾ ਮੌਤ ਬਣ ਜਾਣੀ ਏ। ਹਰਮਿੰਦਰ ਦੀਆਂ ਤਾਹਾਂ ਨਿਕਲ ਗਈਆਂ। ਅਥਰੂ ਪਰਲ ਪਰਲ ਵਹਿਣ ਲੱਗੇ। ਸੂਰਜ ਦੀ ਰੋਸ਼ਨੀ ਉਸਦੇ ਅਥਰੂਆਂ ਵਿੱਚ ਘੁਲਦੀ ਮਿਲਦੀ ਗਈ, ਅਥਰੂਆਂ ਨੂੰ ਚਮਕਾਉਂਦੀ ਰਹੀ। ਧੰਨਵਾਦ।